ਪਠਾਨਕੋਟ ਦੇ ਵਿੱਚ ਇੱਕ ਵੀ ਸਰਕਾਰੀ ਕਾਲਜ ਨਹੀਂ ਆਗਾ। ਬਰਨਾਲੇ ਦੇ ਵਿੱਚ ਇੱਕ ਵੀ ਸਰਕਾਰੀ ਕਾਲਜ ਨਹੀਂ ਗਾ। ਰਾਜਪੁਰਾ ਇਲਾਕਾ ਜਿਹੜਾ ਆਪਣਾ ਹਲਕਾ ਗਾ ਉਹ ਇੱਕ ਵੀ ਸਰਕਾਰੀ ਕਾਲਜ ਨਹੀਂ। ਪੰਜਾਬ ਦੇ ਵਿੱਚ ਤੁਸੀਂ ਦੇਖੋ 117 ਹਲਕੇ ਹੈਗੇ, ਚੋਣ ਹਲਕੇ ਆ, ਤੇ ਸਰਕਾਰੀ ਕਾਲਜ ਸਿਰਫ 48 ਆ, ਹੁਣ 47 ਰਹਿ ਗਏ ਆ। ਤਾਂ ਤੁਸੀਂ ਆਪੇ ਦੇਖੋ ਕਿੰਨੇ ਹਲਕੇ ਇਹੋ ਜਿਹੇ ਆ। ਤਾਂ MLA ਉਹ ਕਾਹਦੇ ਨਾਂ ਤੇ ਵੋਟ ਮੰਗਦੇ ਆ, ਜਿਹੜੇ ਜਿਨ੍ਹਾਂ ਨੂੰ ਆਪਦੇ ਹਲਕੇ 'ਚ ਕਦੇ ਉਹਨਾਂ ਨੇ ਆਪਦੇ ਸਰਕਾਰੀ ਕਾਲਜ ਦੀ ਮੰਗ ਨਹੀਂ ਕੀਤੀ। ਅਸੀਂ ਅੱਜ ਡਿਜੀਟਲ ਇੰਡੀਆ ਦੀ ਗੱਲ ਕਰਦੇ ਆਂਗੇ ਤਾਂ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਸਿਰਫ 4 ਰੈਗੂਲਰ ਕੰਪਿਊਟਰ ਦੇ ਪ੍ਰੋਫੈਸਰ ਆ। ਤੇ ਪੰਜਾਬੀ ਅਸੀਂ ਮਾਤ ਭਾਸ਼ਾ ਦੀ ਗੱਲ ਕਰਦੇ ਹਾਂ। ਪੰਜਾਬੀ ਸੂਬੇ ਦਾ ਗਠਨ ਹੀ ਜਿਹੜਾ ਭਾਸ਼ਾ ਦੇ ਨਾਂ ਤੇ ਹੋਇਆ ਸੀ, ਸਾਰੇ ਸੂਬਿਆਂ ਦਾ ਹੀ। ਤਾਂ ਪੰਜਾਬ ਦੇ ਸਰਕਾਰੀ 48 ਕਾਲਜਾਂ 'ਚ ਸਿਰਫ 18 ਰੈਗੂਲਰ ਪੰਜਾਬੀ ਦੇ ਪ੍ਰੋਫੈਸਰ ਆ। ਤੇ ਪੰਜਾਬ ਦੀਆਂ ਸਰਕਾਰੀ ਕਾਲਜਾਂ ਦੀਆਂ ਲਾਇਬ੍ਰੇਰੀਆਂ ਖਾਲੀ ਪਈਆਂ। 48 ਦੇ ਵਿੱਚੋਂ 32 ਲਾਇਬ੍ਰੇਰੀਅਨ ਨਹੀਂ ਹੈਗੇ ਗੇ। ਕਾਲਜਾਂ ਕੋਲ ਪ੍ਰਿੰਸੀਪਲ ਨਹੀਂ ਹੈਗੇ ਗੇ। ਇਸ ਤੋਂ ਬਿਨਾਂ ਕੁਛ ਕਾਲਜ ਇਹੋ ਜਿਹੇ ਆ, ਜਿਹੜੇ 11 ਕਾਲਜ ਇਹੋ ਜਿਹੇ ਆ ਜਿੱਥੇ ਇੱਕ ਵੀ ਰੈਗੂਲਰ ਪ੍ਰੋਫੈਸਰ ਨਹੀਂ। ਹਰਿਆਣੇ ਦੀ ਆਬਾਦੀ 2.5 ਕਰੋੜ ਦੇ ਕਰੀਬ ਹੈ ਤੇ ਉੱਥੇ 170 ਸਰਕਾਰੀ ਕਾਲਜ ਨੇ। ਹਿਮਾਚਲ ਪ੍ਰਦੇਸ਼ ਪੰਜਾਬ ਦੇ ਵਿੱਚੋਂ ਨਿਕਲਿਆ 1 ਕਰੋੜ ਦੇ ਕਰੀਬ ਆਬਾਦੀ ਹੈ, ਉੱਥੇ 94 ਸਰਕਾਰੀ ਕਾਲਜ ਨੇ। ਪੰਜਾਬ ਦੀ ਆਬਾਦੀ 3 ਕਰੋੜ ਤੋਂ ਉੱਪਰ ਹੈ ਤੇ ਇੱਥੇ ਸਿਰਫ 47 ਕਾਲਜ ਨੇ। ਜਿਹੜੇ ਪੰਜਾਬ ਦੇ ਸਰਕਾਰੀ ਕਾਲਜ ਆ, ਇਹ ਸਰਕਾਰ ਨੇ ਆਪਦੇ ਉਦਮ ਨਾਲ ਨਹੀਂ ਖੋਲ੍ਹੇ ਸੀਗੇ। ਪੰਜਾਬ ਦੇ ਲੋਕਾਂ ਨੇ, ਪੰਜਾਬ ਦੀਆਂ ਪ੍ਰਾਈਵੇਟ ਮੈਨੇਜਮੈਂਟਾਂ ਨੇ ਕੋਈ ਪੰਚਾਇਤੀ ਜ਼ਮੀਨਾਂ ਦੇ ਕੇ ਫਰੀ ਦੇ ਵਿੱਚ ਸਰਕਾਰ ਨੂੰ ਬਿਲਡਿੰਗਾਂ ਬਣਾ ਕੇ ਦਿੱਤੀਆਂ ਸੀਗੀਆਂ, ਸਰਕਾਰ ਨੂੰ ਜ਼ਮੀਨਾਂ ਦਿੱਤੀਆਂ ਸੀਗੀਆਂ, ਸਾਰਾ ਇਨਫਰਾਸਟਰਕਚਰ ਦਿੱਤਾ ਸੀ। ਸਰਕਾਰ ਤੋਂ ਸੰਭਾਲੇ ਨਹੀਂ ਜਾ ਰਹੇ। ਤ੍ਰਿਪਤ ਰਜਿੰਦਰ ਬਾਜਵਾ ਦੇ ਇਲਾਕੇ ਦਾ ਇੱਕੋ ਇੱਕ ਜਿਹੜਾ ਸਾਡੇ ਸਿੱਖਿਆ ਮੰਤਰੀ ਹੈ, ਇੱਕੋ ਇੱਕ ਸਰਕਾਰੀ ਕਾਲਜ ਸੀ, ਉਹ ਵੀ ਉਹਨਾਂ ਨੇ ਬੰਦ ਕਰਵਾ ਦਿੱਤਾ ਗਾ। ਡਾਟਾ ਇਸ ਤੋਂ ਵੀ ਬੁਰਾ ਗਾ, ਇਸ ਤੋਂ ਵੀ, ਕਿਉਂਕਿ ਇਹ ਡਾਟਾ ਕੁਛ ਮਹੀਨੇ ਪੁਰਾਣਾ ਗਾ। ਤਾਂ ਹਰ ਮਤਲਬ ਇਸ ਸਾਲ 2021 ਦੇ ਵਿੱਚ ਵੀ 32 ਪ੍ਰੋਫੈਸਰ ਰੈਗੂਲਰ ਹੋਰ ਰਿਟਾਇਰ ਹੋ ਜਾਣਗੇ। ਲੱਗਦਾ ਕਿ ਮਤਲਬ ਲੀਡਰ ਸਾਡੇ ਇਹ ਸਮਝ ਗਏ ਕਿ ਪੰਜਾਬ ਦੇ ਵਿੱਚ ਸਿੱਖਿਆ ਕੋਈ ਮਸਲਾ ਹੀ ਨਹੀਂ, ਕੋਈ ਮੁੱਦਾ ਹੀ। ਤਾਂ ਪੰਜਾਬ ਦਾ ਜਿਹੜੇ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਜੀ ਆ, ਜਾਂ ਵਿਜੇਂਦਰ ਸਿੰਗਲਾ ਜੀ, ਚੰਨੀ ਜੀ ਆਗੇ, ਜਾਂ ਹੋਰ ਵੀ ਜਿਹੜੇ ਆ, ਮਤਲਬ ਇਹਨਾਂ ਨੂੰ ਇੱਕ ਗੱਲ ਸੋਚ ਲੈਣੀ ਚਾਹੀਦੀ ਆ, ਪਿਛਲਾ ਇਤਿਹਾਸ ਚੱਕ ਕੇ ਦੇਖ ਲੈਣਾ ਚਾਹੀਦਾ। ਪੰਜਾਬ ਦਾ ਸਿੱਖਿਆ ਮੰਤਰੀ ਅੱਜ ਤੱਕ ਕਦੇ ਵੀ ਦੁਬਾਰਾ ਚੋਣ ਨਹੀਂ ਜਿੱਤਦਾ ਗਾ। ਤਾਂ ਇਹਦਾ ਕਾਰਨ ਇਹੀ ਹੈਗਾ ਕਿ ਜਿਹੜਾ ਉਹਨਾਂ ਨੇ ਸਿੱਖਿਆ ਦਾ ਹਾਲ ਬੁਰਾ ਕੀਤਾ, ਲੋਕ ਉਹਨਾਂ ਨੂੰ ਵੋਟਾਂ 'ਚ ਕਰ ਦਿੰਦੇ ਆ। ਕਿਹੜੇ ਤੁਸੀਂ ਵੀ ਸੁਣ ਲਏ, ਤੁਸੀਂ ਵੀ ਆਪਣੇ ਜ਼ਿਹਨ 'ਚ ਬਿਠਾ ਲਓ, ਕਿਉਂਕਿ ਵੋਟਾਂ ਨਜ਼ਦੀਕ ਨੇ, ਲੀਡਰਾਂ ਨੇ ਆਉਣਾ। ਸਵਾਲ ਕਰਿਓ ਕਿ ਭਾਈ ਸਾਡੀ ਸਿੱਖਿਆ ਲਈ ਕੀਤਾ ਕੀ। ਸਰਕਾਰੀ ਕਾਲਜਾਂ ਨੂੰ ਉਜਾੜਨ ਦੀ ਨੀਤੀ ਹੈ ਪੰਜਾਬ ਸਰਕਾਰ ਦੀ। ਅਸੀਂ ਨਹੀਂ ਕਹਿੰਦੇ ਸਰਕਾਰੀ ਕਾਲਜ ਬਚਾਓ ਮੋਰਚਾ। ਇਹਨਾਂ ਦੇ ਕੋਲ ਐਸੇ ਤੱਥ ਨੇ ਕਿ ਹੈਰਾਨ ਹੋ ਜਾਓਗੇ ਤੁਸੀਂ। ਬਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਤੱਥ ਦੱਸੋ ਪਹਿਲਾਂ ਕਿਹੜੇ ਨੇ, ਬਾਅਦ ਦੀਆਂ ਗੱਲਾਂ ਫਿਰ ਆਪਾਂ ਵਧਾਉਂਦੇ ਹੈਗੇ। ਪਹਿਲਾਂ ਤਾਂ ਅੱਖਰ ਟੀਮ ਦਾ ਧੰਨਵਾਦ। ਜਿਹੜੇ ਤੱਥ ਹੈਗੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਜੇ ਹੁਣ ਅਸੀਂ ਨਾ ਸੰਭਲੇ ਪੰਜਾਬੀ ਲੋਕ, ਤਾਂ ਗਰੀਬ ਬੱਚਿਆਂ ਦੀ ਅੰਤਮ ਪੀੜ੍ਹੀ ਪੜ੍ਹ ਰਹੀ ਆ। ਉਹਦਾ ਕਾਰਨ ਇਹ ਆ ਕਿ ਪੰਜਾਬ ਦੇ ਵਿੱਚ ਪਹਿਲਾਂ 51 ਕਾਲਜ ਹੁੰਦੇ ਸੀ, ਹੁਣ ਘਟ ਕੇ 47 ਕਾਲਜ ਰਹਿ ਗਏ ਆ। 47 ਕਾਲਜਾਂ ਦੇ ਵਿੱਚ ਜਿਹੜੀਆਂ ਪਹਿਲਾਂ 2450 ਮਨਜ਼ੂਰਸ਼ੁਦਾ ਪੋਸਟਾਂ ਸੀ, ਉਹ ਘਟਾ ਕੇ ਸਰਕਾਰ ਨੇ 2009 'ਚ 1873 ਕਰਤੀਆਂ। 1873 ਦੇ ਵਿੱਚੋਂ ਇਸ ਟਾਈਮ ਸਿਰਫ 347 ਪ੍ਰੋਫੈਸਰ ਰੈਗੂਲਰ ਕੰਮ ਕਰ ਰਹੇ ਆ। ਉਹਨਾਂ 'ਚੋਂ 39 ਪ੍ਰੋਫੈਸਰ ਚੰਡੀਗੜ੍ਹ ਡੈਪੂਟੇਸ਼ਨ 'ਤੇ ਆਏ ਆ, ਬਚੇ 308। 308 ਦੇ ਵਿੱਚੋਂ ਜਿਹੜੇ 9 ਸ਼ਹਿਰਾਂ ਦੇ ਵਿੱਚ ਵੱਡੇ ਸਰਕਾਰੀ ਕਾਲਜ ਆ, ਉੱਥੇ 170 ਪ੍ਰੋਫੈਸਰ ਆ। ਉਹ ਵੀ 10-20% ਹੀ ਆ ਆਪਣੇ, ਮਤਲਬ ਦੇਖਣ 'ਚ ਲੱਗਦਾ ਹੋਊਗਾ ਕਿ 170 ਆ 9 ਕਾਲਜਾਂ ਦੇ ਵਿੱਚ। ਤੇ ਬਾਕੀ ਜਿਹੜੇ 38 ਪੇਂਡੂ ਸਰਕਾਰੀ ਕਾਲਜ ਆ, ਪੇਂਡੂ ਖੇਤਰਾਂ 'ਚ, ਪਛੜੇ ਖੇਤਰਾਂ 'ਚ ਆ, ਉੱਥੇ ਸਿਰਫ 138 ਪ੍ਰੋਫੈਸਰ ਸਰਕਾਰੀ ਜਿਹੜੇ ਰੈਗੂਲਰ ਕੰਮ ਕਰ ਰਹੇ ਆ। ਇਸ ਤੋਂ ਬਿਨਾਂ ਅਸੀਂ ਅੱਜ ਡਿਜੀਟਲ ਇੰਡੀਆ ਦੀ ਗੱਲ ਕਰਦੇ ਆਂਗੇ ਤਾਂ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਸਿਰਫ 4 ਰੈਗੂਲਰ ਕੰਪਿਊਟਰ ਦੇ ਪ੍ਰੋਫੈਸਰ ਆ। ਤੇ ਪੰਜਾਬੀ ਅਸੀਂ ਮਾਤ ਭਾਸ਼ਾ ਦੀ ਗੱਲ ਕਰਦੇ ਹਾਂ। ਪੰਜਾਬੀ ਸੂਬੇ ਦਾ ਗਠਨ ਹੀ ਜਿਹੜਾ ਭਾਸ਼ਾ ਦੇ ਨਾਂ ਤੇ ਹੋਇਆ ਸੀ, ਸਾਰੇ ਸੂਬਿਆਂ ਦਾ ਹੀ। ਤਾਂ ਪੰਜਾਬ ਦੇ ਸਰਕਾਰੀ 48 ਕਾਲਜਾਂ 'ਚ ਸਿਰਫ 18 ਰੈਗੂਲਰ ਪੰਜਾਬੀ ਦੇ ਪ੍ਰੋਫੈਸਰ ਆ। ਤੇ ਪੰਜਾਬ ਦੀਆਂ ਸਰਕਾਰੀ ਕਾਲਜਾਂ ਦੀਆਂ ਲਾਇਬ੍ਰੇਰੀਆਂ ਖਾਲੀ ਪਈਆਂ। 48 ਦੇ ਵਿੱਚੋਂ 32 ਲਾਇਬ੍ਰੇਰੀਅਨ ਨਹੀਂ ਹੈਗੇ ਗੇ। ਕਾਲਜਾਂ ਕੋਲ ਪ੍ਰਿੰਸੀਪਲ ਨਹੀਂ ਹੈਗੇ ਗੇ। ਇਸ ਤੋਂ ਬਿਨਾਂ ਕੁਛ ਕਾਲਜ ਇਹੋ ਜਿਹੇ ਆ, ਜਿਹੜੇ 11 ਕਾਲਜ ਇਹੋ ਜਿਹੇ ਆ ਜਿੱਥੇ ਇੱਕ ਵੀ ਰੈਗੂਲਰ ਪ੍ਰੋਫੈਸਰ ਨਹੀਂ ਗਾ। 10 ਕਾਲਜ ਇਹੋ ਜਿਹੇ ਜਿੱਥੇ ਸਿਰਫ ਇੱਕ ਰੈਗੂਲਰ ਪ੍ਰੋਫੈਸਰ ਆ। ਇਹਦਾ ਮਤਲਬ 21 ਕਾਲਜਾਂ 'ਚ ਸਿਰਫ 10 ਰੈਗੂਲਰ ਪ੍ਰੋਫੈਸਰ ਆ ਗਏ। ਕਾਲਜ ਬਿਲਕੁਲ ਖਾਲੀ ਪਏ ਆਗੇ। ਖਾਲੀ ਨਹੀਂ ਮੈਂ ਕਹੂੰਗਾ, ਉੱਥੇ ਨਗੂਣੀਆਂ ਤਨਖਾਹਾਂ ਦੇ ਉੱਤੇ ਲੁੱਟਿਆ ਜਾ ਰਿਹਾ। ਵਿਦਿਆਰਥੀਆਂ ਤੋਂ ਜਿਹੜਾ ਪੈਸਾ ਸਰਕਾਰ ਲੁੱਟਦੀ ਆ PTA ਦੇ ਨਾਂ ਦੇ ਉੱਤੇ, HEIS ਸੁਸਾਇਟੀ ਦੇ ਨਾਂ ਤੇ, ਜਾਂ ਸੈਲਫ ਫਾਈਨਾਂਸ ਕੋਰਸਾਂ ਦੇ ਨਾਂ ਤੇ, ਉਹਨਾਂ ਲੁੱਟੇ ਹੋਏ ਪੈਸੇ ਦੇ ਵਿੱਚੋਂ ਬਹੁਤ ਨਗੂਣੀਆਂ ਤਨਖਾਹਾਂ ਤੇ ਪੜ੍ਹਾ ਰਹੇ ਪ੍ਰੋਫੈਸਰ ਆਗੇ, ਉੱਥੇ ਕੱਚੇ ਪ੍ਰੋਫੈਸਰ ਆਗੇ। ਤਾਂ ਸਰਕਾਰੀ ਕਾਲਜਾਂ ਨੂੰ ਇਹ ਖੰਡਰ ਇਮਾਰਤਾਂ 'ਚ ਤਬਦੀਲ ਕਰਨ ਤੇ ਲੱਗੀ ਹੋਈ ਆ ਸਰਕਾਰ। ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣਾ
ਦੱਸਣੀ ਚਾਹੁੰਦਾ, ਜਿਹੜੇ ਪੰਜਾਬ ਦੇ ਸਰਕਾਰੀ ਕਾਲਜ ਆ ਇਹ ਸਰਕਾਰ ਨੇ ਆਪਦੇ ਉਦਮ ਨਾਲ ਨਹੀਂ ਖੋਲ੍ਹੇ ਸੀਗੇ। ਪੰਜਾਬ ਦੇ ਲੋਕਾਂ ਨੇ, ਪੰਜਾਬ ਦੀਆਂ ਪ੍ਰਾਈਵੇਟ ਮੈਨੇਜਮੈਂਟਾਂ ਨੇ ਕੋਈ ਪੰਚਾਇਤੀ ਜ਼ਮੀਨਾਂ ਦੇ ਕੇ ਫ੍ਰੀ ਦੇ ਵਿੱਚ ਸਰਕਾਰ ਨੂੰ ਬਿਲਡਿੰਗਾਂ ਬਣਾ ਕੇ ਦਿੱਤੀਆਂ ਸੀਗੀਆਂ, ਸਰਕਾਰ ਨੂੰ ਜ਼ਮੀਨਾਂ ਦਿੱਤੀਆਂ ਸੀਗੀਆਂ, ਸਾਰਾ ਇਨਫਰਾਸਟ੍ਰਕਚਰ ਦਿੱਤਾ ਸੀ। ਸਰਕਾਰ ਤੋਂ ਸੰਭਾਲੇ ਨਹੀਂ ਜਾ ਰਹੇ। ਤ੍ਰਿਪਤ ਰਜਿੰਦਰ ਬਾਜਵਾ ਦੇ ਇਲਾਕੇ ਦਾ ਇੱਕੋ ਇੱਕ ਜਿਹੜਾ ਸਾਡੇ ਸਿੱਖਿਆ ਮੰਤਰੀ ਹੈ, ਇੱਕੋ ਇੱਕ ਸਰਕਾਰੀ ਕਾਲਜ ਸੀ, ਉਹ ਵੀ ਉਹਨਾਂ ਨੇ ਬੰਦ ਕਰਵਾ ਦਿੱਤਾ ਗਾ। ਤਾਂ ਇਹ ਨਹੀਂਗਾ ਕਿ ਵਿਦਿਆਰਥੀ ਨਹੀਂ ਹੈਗੇ ਪੰਜਾਬ ਦੇ ਵਿੱਚ, ਕਿ ਪ੍ਰਾਈਵੇਟ ਯੂਨੀਵਰਸਿਟੀਆਂ 16 ਪੰਜਾਬ ਦੇ ਵਿੱਚ ਬੜੀ ਸਫਲਤਾ ਨਾਲ ਲੱਖਾਂ ਵਿਦਿਆਰਥੀਆਂ ਨੂੰ ਪੜ੍ਹਾ ਰਹੀਆਂ ਗਈਆਂ। ਤਾਂ ਇੱਕ ਜਿਹੜਾ ਇੱਕ ਇਹਨਾਂ ਵੱਲੋਂ ਇੱਕ ਕ੍ਰੀਏਟ ਕੀਤਾ ਜਾਂਦਾ ਹੈਗਾ ਇੱਕ ਇਸ ਤਰ੍ਹਾਂ ਦਾ ਮਾਹੌਲ ਕਿ ਸਾਰੇ ਵਿਦਿਆਰਥੀ ਵਿਦੇਸ਼ਾਂ ਨੂੰ ਚਲੇ ਜਾ ਰਹੇ ਆਈਲੈਟਸ ਕਰਕੇ। ਪੰਜਾਬ ਦੇ ਵਿੱਚ ਲੱਖਾਂ ਵਿਦਿਆਰਥੀ ਪ੍ਰਾਈਵੇਟ ਯੂਨੀਵਰਸਿਟੀਆਂ ਜਾਂ ਪ੍ਰਾਈਵੇਟ ਕਾਲਜਾਂ 'ਚ ਪੜ੍ਹਨ ਲਈ ਮਜਬੂਰ ਆ ਗਏ। ਤਾਂ ਬਸ ਇਹ ਜਾਣ-ਬੁੱਝ ਕੇ ਸਰਕਾਰੀ ਸਿੱਖਿਆ ਨੂੰ ਤਬਾਹ ਕਰ ਰਹੀ ਹੈ ਸਰਕਾਰ। ਬਾਈ ਜੀ ਇਹੋ ਜਿਹਾ ਵੀ ਡਾਟਾ ਹੈਗਾ ਵੀ ਇਹੋ ਜਿਹੇ ਜ਼ਿਲ੍ਹੇ ਵੀ ਨੇ ਜਿੱਥੇ ਇੱਕ ਵੀ ਸਰਕਾਰੀ ਕਾਲਜ ਨਹੀਂ? ਹਾਂਜੀ, ਪਠਾਨਕੋਟ ਦੇ ਵਿੱਚ ਇੱਕ ਵੀ ਸਰਕਾਰੀ ਕਾਲਜ ਨਹੀਂ ਆਗਾ, ਬਰਨਾਲੇ ਦੇ ਵਿੱਚ ਇੱਕ ਵੀ ਸਰਕਾਰੀ ਕਾਲਜ ਨਹੀਂ ਗਾ, ਰਾਜਪੁਰਾ ਇਲਾਕਾ ਜਿਹੜਾ ਆਪਣਾ ਹਲਕਾ ਗਾ ਉਹ ਇੱਕ ਵੀ ਸਰਕਾਰੀ ਕਾਲਜ ਨਹੀਂ। ਪੰਜਾਬ ਦੇ ਵਿੱਚ ਤੁਸੀਂ ਦੇਖੋ 117 ਹਲਕੇ ਹੈਗੇ, ਚੋਣ ਹਲਕੇ ਆ, ਤੇ ਸਰਕਾਰੀ ਕਾਲਜ ਸਿਰਫ 48 ਆ, ਹੁਣ 47 ਰਹਿ ਗਏ ਆ। ਤਾਂ ਤੁਸੀਂ ਆਪੇ ਦੇਖੋ ਕਿੰਨੇ ਹਲਕੇ ਇਹੋ ਜਿਹੇ ਆ। ਤਾਂ ਐਮਐਲਏ ਉਹ ਕਾਹਦੇ ਨਾਂ ਤੇ ਵੋਟ ਮੰਗਦੇ ਆ, ਜਿਹੜੇ ਜਿਨ੍ਹਾਂ ਨੂੰ ਆਪਦੇ ਹਲਕੇ 'ਚ ਕਦੇ ਉਹਨਾਂ ਨੇ ਆਪਦੇ ਸਰਕਾਰੀ ਕਾਲਜ ਦੀ ਮੰਗ ਨਹੀਂ ਕੀਤੀ ਔਰ ਖੁੱਲ੍ਹੇ ਹੋਏ ਕਾਲਜਾਂ ਨੂੰ ਬੰਦ ਕਰ ਰਹੇ ਆ। ਕੁਝ ਵੱਡੇ ਸ਼ਹਿਰ ਆ ਗਏ ਜਿਵੇਂ ਅੰਮ੍ਰਿਤਸਰ ਆ ਗਾ ਜਾਂ ਬਠਿੰਡਾ ਜਾਂ ਕੋਈ ਪਟਿਆਲਾ ਜਾਂ ਲੁਧਿਆਣਾ ਗਾ, ਜਿੱਥੇ ਇੱਕ ਤੋਂ ਵੱਧ ਸਰਕਾਰੀ ਕਾਲਜ ਆ। ਤਾਂ ਇਹਦਾ ਮਤਲਬ ਬਾਕੀ ਜ਼ਿਲ੍ਹਿਆਂ ਦਾ ਕੀ ਹਾਲ ਹੋਊਗਾ? ਤਾਂ ਬਹੁਤ ਸਾਰੇ ਹਲਕੇ ਇਹੋ ਜਿਹੇ ਆ ਜਿੱਥੇ ਇੱਕ ਵੀ ਸਰਕਾਰੀ ਕਾਲਜ ਨਹੀਂ ਹੈ। ਬਾਈ ਜੀ ਪਰ ਦੂਜੇ ਪਾਸੇ ਗੱਲ ਕਰੀਏ, ਜਿਵੇਂ ਇਹਨਾਂ ਨੇ ਅੰਕੜੇ ਦੱਸੇ, ਪੰਜਾਬ ਸਰਕਾਰ ਤਾਂ ਕਹਿੰਦੀ ਕਿ ਅਸੀਂ ਬਹੁਤ ਅੱਗੇ ਵੱਧ ਰਹੇ ਹਾਂ, ਇੰਨੇ % ਵਾਅਦੇ ਮੈਂ ਜਿਹੜੇ ਪੂਰੇ ਕਰਤੇ 100 ਦੇ ਵਿੱਚੋਂ 85 ਤੋਂ ਵੀ ਵੱਧ ਕਹਿੰਦੇ ਹੁਣ। ਤਾਂ ਦੇਖੋ, ਆਪਾਂ ਦੂਸਰੀਆਂ ਸਟੇਟਾਂ ਨਾਲ ਜੇ ਕੰਪੈਰੀਜ਼ਨ ਕਰਨਾ ਹੋਵੇ, ਇਸ ਸਾਲ ਜੋ ਬਜਟ ਸੀ ਸਿੱਖਿਆ ਦਾ, ਜੋ ਐਵਰੇਜ ਸਟੇਟਾਂ ਦਾ ਬਜਟ ਹੈ ਉਹ 15% ਤੋਂ ਉੱਪਰ ਹੈ, ਪਰ ਪੰਜਾਬ ਦਾ 11.5% ਹੈ। ਐਵਰੇਜ ਬਜਟ ਵੀ ਜਿਹੜਾ ਹੈਗਾ ਸਿੱਖਿਆ ਦਾ ਦੂਜਿਆਂ ਨਾਲੋਂ 4.5% ਸਾਡਾ ਥੱਲੇ ਰਿਹਾ ਹੈ। ਇਸ ਤੋਂ ਬਿਨਾ ਹਰਿਆਣੇ ਨਾਲ ਕੰਪੇਅਰ ਕਰੀਏ, ਹਰਿਆਣੇ ਦੀ ਆਬਾਦੀ 2.5 ਕਰੋੜ ਦੇ ਕਰੀਬ ਹੈ ਤੇ ਉੱਥੇ 170 ਸਰਕਾਰੀ ਕਾਲਜ ਨੇ। ਹਿਮਾਚਲ ਪ੍ਰਦੇਸ਼ ਪੰਜਾਬ ਦੇ ਵਿੱਚੋਂ ਨਿਕਲਿਆ, 1 ਕਰੋੜ ਦੇ ਕਰੀਬ ਆਬਾਦੀ ਹੈ, ਉੱਥੇ 94 ਸਰਕਾਰੀ ਕਾਲਜ ਨੇ। ਪੰਜਾਬ ਦੀ ਆਬਾਦੀ 3 ਕਰੋੜ ਤੋਂ ਉੱਪਰ ਹੈ ਤੇ ਇੱਥੇ ਸਿਰਫ 47 ਕਾਲਜ ਨੇ। ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਦੂਜੇ ਸੂਬਿਆਂ ਨਾਲੋਂ ਅੱਗੇ ਜਾ ਰਹੇ ਹਾਂ? ਤਾਂ ਹਾਲਤ ਮਤਲਬ ਐਂ ਲੱਗਦਾ ਵੀ ਕੈਪਟਨ ਸਰਕਾਰ ਪੰਜਾਬ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ ਚਾਹੁੰਦੀ। ਇਹ ਸਿਰਫ ਕੈਪਟਨ ਸਰਕਾਰ ਦੀ ਗੱਲ ਨਹੀਂ ਹੈ। ਅਸੀਂ ਜਦੋਂ ਕਹਿ ਰਹੇ ਹਾਂ ਕੈਪਟਨ ਸਰਕਾਰ ਅੱਜ ਨਹੀਂ ਕਰ ਰਹੀ ਹੈ, ਠੀਕ ਹੈ, ਪਰ ਇਹ ਜਿਹੜੀ ਗੱਲ ਹੈ ਇਹ ਲਗਾਤਾਰ ਪਿਛਲੇ 25-26 ਸਾਲਾਂ ਤੋਂ ਚੱਲ ਰਹੀ ਹੈ। ਜਿਹੜੀਆਂ ਇੱਥੇ ਪੋਸਟਾਂ ਖਾਲੀ ਹੋਣ ਦੀ ਬਲਵਿੰਦਰ ਜੀ ਨੇ ਗੱਲ ਕੀਤੀ ਹੈ, ਤਾਂ ਉਹਦਾ ਤੱਥ ਇਹ ਹੈ ਕਿ 1995 ਤੋਂ ਬਾਅਦ 25-26 ਸਾਲ ਹੋ ਗਏ, ਪੰਜਾਬ ਦੇ ਅੰਦਰ ਇੱਕ ਵੀ ਸਰਕਾਰੀ ਜਿਹੜੀ ਪੋਸਟ ਹੈ ਪ੍ਰੋਫੈਸਰਾਂ ਦੀ ਉਹ ਰੈਗੂਲਰ ਨਹੀਂ ਭਰੀ ਗਈ। ਇਸ ਕਰਕੇ ਪੋਸਟਾਂ ਖਾਲੀ ਹੋਈਆਂ ਨੇ, ਇਸ ਕਰਕੇ ਕਾਲਜਾਂ ਦੀ ਜਿਹੜੀ ਮਾੜੀ ਹਾਲਤ ਹੋਈ ਹੈ। ਤਾਂ ਇਹਦੇ 'ਚ 3 ਵਾਰ ਅਕਾਲੀ ਸਰਕਾਰ ਆਈ ਹੈ, 2 ਵਾਰ ਕਾਂਗਰਸ ਸਰਕਾਰ ਆਈ ਹੈ, ਦੋਹਾਂ ਦਾ ਇੱਕੋ ਹਾਲ ਹੈ। ਪਰ ਹਾਂ, ਕੈਪਟਨ ਸਰਕਾਰ ਨੇ ਪਿਛਲੇ ਮੈਨੀਫੈਸਟੋ ਦੇ ਵਿੱਚ ਇਹ ਵਾਅਦਾ ਕੀਤਾ ਸੀ ਕਿ ਜਿਹੜਾ ਸਹੁੰ ਗੁੱਟ ਕੇ ਦੀ ਸਹੁੰ ਖਾ ਕੇ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਗਿਆ ਸੀ, ਉਹਦੇ 'ਚ ਇੱਕ ਵਾਅਦਾ ਕੀਤਾ ਸੀ ਕਿ ਅਸੀਂ 50 ਸਰਕਾਰੀ ਕਾਲਜ ਖੋਲਾਂਗੇ ਨਵੇਂ। ਉਹ ਨਹੀਂ ਖੋਲ੍ਹੇ, 16 ਖੋਲ੍ਹੇ ਹੈ, ਉਹਨਾਂ 'ਚੋਂ ਵੀ ਚਲਾਏ 2-4 ਚਲਾਏ ਨੇ, ਤੇ ਉੱਥੇ ਇੱਕ ਵੀ ਨਵਾਂ ਪ੍ਰੋਫੈਸਰ ਨਹੀਂ ਰੱਖਿਆ। ਜਿਹੜੇ ਗੈਸਟ ਫੈਕਲਟੀ ਪ੍ਰੋਫੈਸਰ ਹੋਰ ਕਾਲਜਾਂ 'ਚ ਕੰਮ ਕਰਦੇ ਆ ਉਹਨਾਂ ਨੂੰ ਤਬਦੀਲ ਕਰਕੇ ਉੱਥੇ ਭੇਜਤਾ, ਇੱਕ ਵੀ ਨਵਾਂ ਪ੍ਰੋਫੈਸਰ ਉਹਨਾਂ ਨਵੇਂ ਕਾਲਜਾਂ ਵਾਸਤੇ ਵੀ ਨਹੀਂ ਰੱਖਿਆ ਗਿਆ। ਸੋ ਇਹ ਗੱਲ ਸਾਫ਼ ਹੈ ਕਿ ਸਾਰੀਆਂ ਹੀ ਹਕੂਮਤੀ ਪਾਰਟੀਆਂ ਦੀ ਜਿਹੜੀ ਨੀਤੀ ਹੈ ਉਹ ਇੱਥੇ ਸਿੱਖਿਆ ਨੂੰ ਖਤਮ ਕਰਨ ਦੀ ਹੈ, ਇਹ ਸਾਨੂੰ ਲੱਗਦਾ ਹੈ, ਤੇ ਕੈਪਟਨ ਸਰਕਾਰ ਉਹ ਤੋਂ ਕੋਈ ਵੱਖਰੀ ਨਹੀਂ ਹੈ। ਬਾਈ ਜੀ ਪਿੱਛੇ ਪੋਲਿਟਿਕਸ ਕੀ ਲੱਗਦੀ, ਕਿ ਹਰ ਚੀਜ਼ ਪਿੱਛੇ ਇੱਕ ਮਨਸ਼ਾ ਹੁੰਦੀ, ਸਰਕਾਰਾਂ ਦੀ ਮਨਸ਼ਾ ਕੀ ਰਹੀ ਵੀ ਸਰਕਾਰੀ ਕਾਲਜਾਂ ਨੂੰ ਤਬਾਹ ਕਰਤਾ ਜਾਵੇ? ਹਾਂਜੀ, ਇਹਦੇ ਪਿੱਛੇ ਮਨਸ਼ਾ ਸਿਰਫ ਪ੍ਰਾਈਵੇਟੇਸ਼ਨ ਆ, ਕਿਉਂਕਿ ਇਹ ਜਿਹੜੀਆਂ ਸਰਕਾਰੀ ਬਿਲਡਿੰਗਾਂ ਗਈਆਂ ਕਰੋੜਾਂ ਅਰਬਾਂ ਰੁਪਏ ਦੀਆਂ ਜਿਹੜੀਆਂ ਜਾਇਦਾਦਾਂ ਇਹ ਅੰਬਾਨੀਆਂ ਅਡਾਨੀਆਂ ਨੂੰ ਦੇਣਾ ਚਾਹੁੰਦੀ ਆ। ਜਿੱਦਾਂ ਤੁਸੀਂ ਦੇਖ ਸਕਦੇ ਹੋ ਸਰਕਾਰੀ ਹਸਪਤਾਲਾਂ ਦੇ ਵਿੱਚ ਕੀ ਹਾਲ ਹੈਗਾ ਮਰੀਜ਼ਾਂ ਦਾ ਜਾਂ ਡਾਕਟਰਾਂ ਦਾ ਜਾਂ ਕੋਈ ਬਿਲਡਿੰਗਾਂ ਦਾ, ਪਰ ਉਹਦੇ ਵਿੱਚ ਮੈਕਸ ਦਾ ਵਰਗੇ ਹਸਪਤਾਲ ਖੁੰਭਾਂ ਵਾਂਗ ਫੁੱਟਿਆ ਆ। ਉਹੀ ਹਾਲ ਸਰਕਾਰੀ ਕਾਲਜਾਂ ਦਾ ਸਰਕਾਰ ਕਰ ਰਹੀ ਆ। ਪਹਿਲਾਂ ਤੋਂ ਹੀ ਉਹਨਾਂ ਨੇ ਘੁਸਪੈਠ ਕਰ ਚੁੱਕੇ ਆ। ਇਹ ਨਹੀਂਗਾ ਕਿ ਹੁਣ ਕਰ ਰਹੇ ਆ। ਇਹਨਾਂ ਨੇ HEIS ਨਾਂ ਦੀ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਨਾਂ ਦੀ ਇੱਕ ਸੰਸਥਾ ਸਰਕਾਰੀ ਕਾਲਜਾਂ 'ਚ ਪਹਿਲਾਂ ਤੋਂ ਪਿਛਲੇ 15-20 ਸਾਲਾਂ ਤੋਂ ਚਲਾ ਰਹੇ ਆ। ਉਹਦੇ ਵਿੱਚ ਕੀ ਹੈਗਾ ਕਿ ਜਿਹੜਾ ਸਾਰਾ ਖਰਚਾ ਹੈਗਾ, ਟੀਚਰਾਂ ਦੀ ਤਨਖਾਹ ਦਾ ਖਰਚਾ, ਬੱਚਿਆਂ ਦਾ ਖਰਚਾ, ਆਪਣਾ ਬੈਂਚਾਂ ਦਾ ਖਰਚਾ, ਪਾਣੀ ਦਾ ਖਰਚਾ, ਸਾਰੇ ਕਾਲਜ ਦਾ ਖਰਚਾ ਬੱਚਿਆਂ ਤੋਂ ਫੀਸਾਂ ਦੇ ਰੂਪ 'ਚ ਲਿਆ ਜਾਂਦਾ। ਸਾਰੇ ਦਾ ਸਾਰਾ ਖਰਚਾ ਸਿਰਫ ਸਰਕਾਰ ਇੱਕ ਨਾਂ ਦੇ ਤੌਰ 'ਤੇ ਉਹ ਕਹਿ ਰਹੀ ਹੈ ਕਿ ਅਸੀਂ ਸਰਕਾਰੀ ਕਾਲਜ ਚਲਾ ਰਹੇ ਹਾਂ। ਇਸ ਤੋਂ ਬਿਨਾਂ PTA ਫੰਡਾਂ ਦੇ ਰਾਹੀਂ ਬੱਚਿਆਂ ਤੋਂ ਸਾਰਾ ਖਰਚਾ ਲਿਆ ਜਾ ਰਿਹਾ ਹੈਗਾ। ਪਹਿਲਾਂ ਤੋਂ ਹੀ ਬਾੜੀ ਹੋਈ ਪ੍ਰਾਈਵੇਟੇਸ਼ਨ ਹੈਗੀ ਇਹਨਾਂ ਨੇ ਸਰਕਾਰੀ ਇੰਸਟੀਚਿਊਟ ਦੇ ਵਿੱਚ। ਹੁਣ ਜਿਹੜੀ ਰਹਿੰਦੀ ਖੁੰਦੀ ਇਮਾਰਤਾਂ ਗਈਆਂ ਉਹ ਵੀ ਇਹ ਸਰਕਾਰ
ਸਰਕਾਰੀ ਉਹਨਾਂ ਨੂੰ ਖੰਡਰਾਂ ਦੇ ਵਿੱਚ ਤਬਦੀਲ ਕਰਕੇ ਇਹ ਉਹਨਾਂ ਨੂੰ ਵੇਚਣਾ ਚਾਹੁੰਦੀ ਆ। ਸਿਰਫ ਤੇ ਸਿਰਫ ਸਰਕਾਰ ਸਾਰੀ ਐਜੂਕੇਸ਼ਨ ਨੂੰ ਪ੍ਰਾਈਵੇਟੇਸ਼ਨ ਦੇ ਨਾਂ ਹੇਠ ਮਤਲਬ ਕਰਨਾ ਚਾਹੁੰਦੀ ਆ। ਤਾਂ ਉਹ ਅਸੀਂ ਦੇਖ ਰਹੇ ਹਾਂ ਸਾਰੇ ਫੀਲਡ ਦੇ ਵਿੱਚ ਇਹ ਹੋ ਵੀ ਰਿਹਾ ਗਾ। ਡਾਟਾ ਤੁਸੀਂ ਬਹੁਤ ਮਹੱਤਵਪੂਰਨ ਇਕੱਠਾ ਕੀਤਾ, ਕਿੰਨਾ ਕੁ ਸਮਾਂ ਲੱਗ ਗਿਆ, ਕਿੰਨੀ ਕੁ ਟੀਮ ਸੀ ਤੁਹਾਡੀ ਸਾਰੀ? ਨਹੀਂ, ਇਹ ਡਾਟਾ ਆਪਾਂ DPI ਦਫ਼ਤਰ ਦੇ ਅੱਗੇ ਖੜੇ ਆਂਗੇ, ਤੁਸੀਂ ਇਹਨਾਂ ਨੂੰ ਪੁੱਛ ਸਕਦੇ ਆ ਕਿ ਇਹ ਡਾਟਾ ਸੱਚਾ ਹੈ ਜਾਂ ਝੂਠਾ, ਜਾਂ ਡਾਟਾ ਇਸ ਤੋਂ ਵੀ ਬੁਰਾ ਗਾ, ਇਸ ਤੋਂ ਵੀ, ਕਿਉਂਕਿ ਇਹ ਡਾਟਾ ਕੁਝ ਮਹੀਨੇ ਪੁਰਾਣਾ ਗਾ। ਤਾਂ ਹਰ ਮਤਲਬ ਇਸ ਸਾਲ 2021 ਦੇ ਵਿੱਚ ਵੀ 32 ਪ੍ਰੋਫੈਸਰ ਰੈਗੂਲਰ ਹੋਰ ਰਿਟਾਇਰ ਹੋ ਜਾਣਗੇ। ਤਾਂ ਇਹ ਡਾਟਾ ਇਸ ਤੋਂ ਬੁਰਾ ਹੁੰਦਾ ਜਾ ਰਿਹਾ ਗਾ ਲਗਾਤਾਰ। ਤਾਂ ਸਰਕਾਰੀ ਇਕੱਲੇ ਕਾਲਜਾਂ ਦੀ ਗੱਲ ਹੀ ਨਹੀਂ ਗੀ, ਇਹ ਸਰਕਾਰੀ ਕਾਲਜਾਂ ਦੀ ਗੱਲ ਹੀ ਨਹੀਂ, ਏਡਡ ਕਾਲਜਾਂ ਦੇ ਵਿੱਚ ਪੋਸਟਾਂ ਖਾਲੀ ਪਈਆਂ। ਉਹਦਾ ਮਤਲਬ ਕੀ ਸੀਗਾ ਕਿ ਜਿਹਦੇ ਵਿੱਚ ਜਿਹੜੇ ਟੀਚਰਾਂ ਦੀ ਤਨਖਾਹ ਗਈ ਉਹ ਪਹਿਲਾਂ 95% ਸਰਕਾਰ ਏਡ ਦੇ ਰੂਪ 'ਚ ਦਿੰਦੀ ਸੀਗੀ, ਉਹ ਤੋਂ ਹੱਥ ਖਿੱਚ ਕੇ ਉਹਨਾਂ ਨੇ 75% ਕਰ ਰਹੀ ਹੈਗੀ। ਇਸੇ ਚੱਕਰ 'ਚ ਮੈਨੇਜਮੈਂਟ ਆ ਪੋਸਟਾਂ ਨਹੀਂ ਕੱਢ ਰਹੀਆਂ ਗੀਆਂ। ਤਾਂ ਪ੍ਰਾਈਵੇਟ ਜਿਹੜੇ ਏਡਡ ਕਾਲਜਾਂ ਵਿੱਚ ਸਰਕਾਰੀ ਪੋਸਟਾਂ ਵਰਗੀਆਂ ਜਿਹੜੀਆਂ ਏਡਡ ਪੋਸਟਾਂ ਸੀਗੀਆਂ ਉਹ ਵੀ ਖਾਲੀ ਪਈਆਂ, 1000 ਤੋਂ ਉੱਪਰ ਖਾਲੀ ਪਈਆਂ। ਯੂਨੀਵਰਸਿਟੀਆਂ ਦੇਖ ਲਓ ਤੁਸੀਂ, ਰੀਜਨਲ ਸੈਂਟਰ, ਰੀਜਨਲ ਕੈਂਪਸ, ਯੂਨੀਵਰਸਿਟੀ ਕਾਲਜ, ਯੂਨੀਵਰਸਿਟੀਆਂ ਜਿਹੜੀਆਂ ਰਿਸਰਚ ਲਈ ਬਣੀਆਂ ਸੀਗੀਆਂ ਉਹਦੇ ਵਿੱਚ ਹੁਣ ਕੀ ਆ ਕਿ ਉਹ ਡਿਗਰੀਆਂ ਵੰਡਣ ਤੱਕ ਸੀਮਿਤ ਰਹਿ ਗਈਆਂ। ਉਹਦਾ ਅਰਥ ਇਹ ਆ ਕਿ ਜਿਹੜੇ ਯੂਨੀਵਰਸਿਟੀ ਦੇ ਪ੍ਰੋਫੈਸਰ ਹੁੰਦੇ ਆ ਉਹ PhD ਜਾਂ MPhil ਦੀ ਰਿਸਰਚ ਕਰਾਉਂਦੇ ਆ। ਤੇ ਜੇ ਰੈਗੂਲਰ ਪ੍ਰੋਫੈਸਰ ਹੀ ਨਾ ਹੋਣਗੇ ਯੂਨੀਵਰਸਿਟੀਆਂ ਦੇ ਵਿੱਚ ਤਾਂ ਉੱਥੇ ਫਿਰ ਗੈਸਟ ਫੈਕਲਟੀ ਤੋਂ ਜਾਂ ਕੰਟਰੈਕਟ ਤੋਂ ਜਾਂ ਰਿਸਰਚ ਸਕਾਲਰਾਂ ਤੋਂ ਕੰਮ ਲਿਆ ਜਾਂਦਾ। ਉਹ ਸਿਰਫ ਕਲਾਸਾਂ ਲਾ ਕੇ BA MSc ਜਾਂ MA ਦੀਆਂ ਕਲਾਸਾਂ ਲਗਾ ਕੇ ਤਾਂ ਉਹਨਾਂ ਨੂੰ ਡਿਗਰੀ ਦਵਾ ਸਕਦੇ ਆ। ਤਾਂ ਇਹਦਾ ਮਤਲਬ ਯੂਨੀਵਰਸਿਟੀਆਂ ਕਾਲਜ ਬਣ ਗਈਆਂ ਜਿਹੜੇ BA MSc ਦੀਆਂ ਡਿਗਰੀਆਂ ਵੰਡਣ ਵਾਲੇ ਹੋ ਗਏ, ਰਿਸਰਚ ਬੰਦ ਹੋ ਰਹੀ ਹੈਗੀ। ਤਾਂ ਇਹ ਸਾਰੇ ਪਾਸੇ ਇਹੀ ਹਾਲ ਆ। ਰੀਜਨਲ ਸੈਂਟਰ ਪੰਜਾਬ ਦੇ ਖਾਲੀ ਪਏ ਹੈਗੇ, ਨੇਬਰਹੁੱਡ ਕੈਂਪਸ ਖਾਲੀ ਪਏ ਹੈਗੇ। ਇੱਕ ਹੋਰ ਇਹਨਾਂ ਨੇ ਮਤਲਬ ਅੱਗਾ ਦੌੜ ਤੇ ਪਿੱਛਾ ਚੌੜ, ਤਾਂ ਇਹਨਾਂ ਨੇ ਪਿਛਲੇ ਕਾਲਜ ਸਾਂਭਦੇ ਨਹੀਂ ਸੀ। ਇੱਕ ਨਵਾਂ ਭਾਰਤ ਸਰਕਾਰ ਦਾ ਕਨਸੈਪਟ ਚੰਗਾ ਸੀਗਾ ਕੌਂਸਟੀਚੂਐਂਟ ਕਾਲਜ, ਉਹ ਵੀ ਇੱਕ ਸਰਕਾਰੀ ਕਾਲਜਾਂ ਵਰਗੇ ਹੀ ਕਾਲਜ ਆ ਗਏ, ਜਿਹਦੇ ਵਿੱਚ ਇਹ ਸੀ ਕਿ ਜ਼ਮੀਨ ਜਿਹੜੀ ਪੰਚਾਇਤ ਜਾਂ ਕੋਈ ਜਿਹੜੀ ਸੰਸਥਾ ਡੋਨੇਟ ਕਰੂਗੀ, ਬਿਲਡਿੰਗ ਸਰਕਾਰ ਸੈਂਟਰ ਸਰਕਾਰ ਬਣਾ ਕੇ ਦੇਊਗੀ ਤੇ ਉਹਨੂੰ ਰਨ ਕਰੂਗੀ ਪੰਜਾਬ ਸਰਕਾਰ ਜਾਂ ਲੋਕਲ ਸਰਕਾਰਾਂ। ਤਾਂ ਪੰਜਾਬ ਸਰਕਾਰ ਨੇ ਹੱਥ ਖੜੇ ਕਰਤੇ ਕਿ ਸਾਡੇ ਤੋਂ ਨਹੀਂ ਚੱਲਦੇ, ਉਹ ਯੂਨੀਵਰਸਿਟੀਆਂ ਦੇ ਪੱਲੇ ਪਾਤੇ ਆ ਕਾਲਜ। ਯੂਨੀਵਰਸਿਟੀਆਂ ਉਹਨਾਂ ਨੂੰ ਉਹ ਜਿਹੜੀ ਕਾਲਜਾਂ ਦੀ ਗੇਂਦ ਆ ਉਹ ਸਰਕਾਰ ਦੇ ਪੱਲੇ ਸਿੱਟ ਦਿੰਦੀਆਂ, ਉਹ ਗੇਂਦ ਇੱਧਰ ਮਾਰਦੇ ਹੈਗੇ, ਇੱਕ ਦੂਸਰੇ ਵੱਲ ਐਂ ਕਰਕੇ ਉਹ ਕਾਲਜ ਵੀ ਤਬਾਹੀ ਦੇ ਕੰਡੇ ਆ। ਜਿਹੜੇ ਸਰਕਾਰੀ ਕਾਲਜ ਹੀ ਸੀ 31 ਖੋਲ੍ਹੇ ਹੋਏ ਕੌਂਸਟੀਚੂਐਂਟ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੋਲ 6 ਨੇ, 6 'ਚ ਇੱਕ ਵੀ ਰੈਗੂਲਰ ਪ੍ਰੋਫੈਸਰ ਨਹੀਂ ਹੈਗਾ ਗਾ। ਤੇ ਪਟਿਆਲਾ ਯੂਨੀਵਰਸਿਟੀ ਕੋਲ 14 ਦੇ ਕਰੀਬ ਨੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋਲ 11 ਕਾਲਜ ਨੇ, ਉਹ ਵੀ ਬਿਲਕੁਲ ਖਾਲੀ। ਲੱਗਦਾ ਕਿ ਮਤਲਬ ਲੀਡਰ ਸਾਡੇ ਇਹ ਸਮਝ ਗਏ ਕਿ ਪੰਜਾਬ ਦੇ ਵਿੱਚ ਸਿੱਖਿਆ ਕੋਈ ਮਸਲਾ ਹੀ ਨਹੀਂ, ਕੋਈ ਮੁੱਦਾ ਹੀ ਨਹੀਂ। ਬਿਲਕੁਲ ਬਿਲਕੁਲ, ਇਹਨਾਂ ਨੂੰ ਲੱਗ ਰਿਹਾ ਕਿ ਜੇ ਲੋਕ ਜਾਗਣਗੇ, ਜੇ ਲੋਕ ਪੜ੍ਹਨਗੇ, ਗਿਆਨ ਹਾਸਲ ਕਰਨਗੇ ਤਾਂ ਇਹਨਾਂ ਨੂੰ ਸਵਾਲ ਕਰਨਗੇ। ਤਾਂ ਇਹੀ ਤਾਂ ਇਹ ਚਾਹੁੰਦੇ ਨਹੀਂਗੇ। ਕੋਈ ਵੀ ਜਿਹੜੀਆਂ ਸੱਤਾਧਾਰੀ ਜਿਹੜੀਆਂ ਪਾਰਟੀਆਂ ਉਹ ਲੋਕਾਂ ਦੇ ਮਾਈਂਡ 'ਚ ਇਹ ਨਹੀਂ ਚਾਹੁੰਦੀਆਂ ਕਿ ਉਹ ਸਵਾਲ ਕਰਨ, ਤਾਂ ਸਵਾਲਾਂ ਤੋਂ ਭੱਜਦੀਆਂ, ਇਸ ਲਈ ਲੋਕਾਂ ਨੂੰ ਅਨਪੜ੍ਹ ਰੱਖਣਾ ਦਾ ਇਹਨਾਂ ਦੀ ਸਾਜ਼ਿਸ਼ ਹੈ। ਲੱਗਦਾ ਕਿ ਮੈਂ ਤਾਂ ਬਾਈ ਜਿਹੜੇ ਲੋਕ ਵੀਡੀਓ ਦੇਖ ਰਹੇ ਹੋਣ, ਕਿਉਂਕਿ ਚੋਣਾਂ ਵੀ ਲੱਗ ਗਏ ਨੇ, ਤੇ ਉਹਨਾਂ ਨੂੰ ਸਵਾਲ ਕਰੋ ਕਿ ਸਿੱਖਿਆ ਲਈ ਕੀਤਾ ਕੀ ਕਿ ਨਹੀਂ ਬਾਈ? ਬਿਲਕੁਲ ਜੀ ਬਿਲਕੁਲ, ਇਹ ਸਾਰੇ ਇਕੱਲੇ ਇਹ ਬੇਰੁਜ਼ਗਾਰਾਂ ਦਾ ਮਸਲਾ ਨਹੀਂ ਜਾਂ ਕੋਈ ਨੌਕਰੀ ਮੰਗਦੇ ਜਾਂ ਜੇ ਅਸੀਂ ਪੋਸਟਾਂ ਦੀ ਗੱਲ ਕਰ ਰਹੇ ਹਾਂ, ਇਹ ਉਹਨਾਂ ਦਾ ਮਸਲਾ ਨਹੀਂ। ਸਰਕਾਰੀ ਕਾਲਜਾਂ 'ਚ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਆ, ਉਹਨਾਂ ਨੂੰ ਮਜਬੂਰੀ ਵਸ ਜਿਹੜੇ ਪੰਜਾਬ ਦੇ ਸਰਕਾਰੀ ਕਾਲਜ ਆ ਉਹਨਾਂ 'ਚ ਗਰੀਬਾਂ ਦੇ, ਦਲਿਤਾਂ ਦੇ, ਪੇਂਡੂ ਬੱਚੇ ਪੜ੍ਹਦੇ ਆ, ਕੁੜੀਆਂ ਪੜ੍ਹਦੀਆਂ ਗਈਆਂ। ਇਹ ਜਾਣ ਬੁੱਝ ਕੇ ਜਿਹੜੇ ਪਹਿਲਾਂ ਤੋਂ ਪਛੜੇ ਹੋਏ ਵਰਗ ਸੀ ਉਹਨਾਂ ਨੂੰ ਹੋਰ ਜਿਹੜੇ ਸਿੱਖਿਆ 'ਚੋਂ ਵੀ ਬਾਹਰ ਕਰ ਰਹੇ ਆ, ਜੀਵਨ 'ਚੋਂ ਵੀ ਬਾਹਰ ਕਰ ਰਹੇ ਆ। ਬਾਈ ਇੱਕ ਚੀਜ਼ ਦੇਖਣ ਨੂੰ ਮਿਲਦੀ, ਹਮਦਰਦੀ ਲੈਣ ਦੇ ਲਈ ਲੋਕਾਂ ਦੀ, ਕਈ ਆਗੂ ਕਹਿ ਦੇਣਗੇ ਕਿ ਮੈਂ ਤਾਂ ਭਾਈ ਸਰਕਾਰੀ ਕਾਲਜ ਪੜ੍ਹਿਆ, ਸਰਕਾਰੀ ਸਕੂਲ ਪੜ੍ਹਿਆ, ਮੈਂ ਵੀ ਇੱਕ ਆਮ ਆ ਤੁਹਾਡੇ ਵਿੱਚੋਂ ਹੀ ਆ, ਮੈਨੂੰ ਵੋਟ ਪਾਓ। ਹਾਂਜੀ, ਨਹੀਂ ਇਹ ਤਾਂ ਹੈਗਾ ਹੀ ਆ। ਉਹ ਵੋਟਾਂ ਦੀ ਜਿਹੜੀ ਪੋਲਿਟਿਕਸ ਹੈ ਉਹ ਅੱਡ ਚੱਲਦੀ ਹੈ। ਪਰ ਤੁਸੀਂ ਜਿਹੜੇ ਸਰਕਾਰੀ ਕਾਲਜ, ਸਵਾਲ ਇਹ ਕਰਨਾ ਚਾਹੀਦਾ ਕਿ ਜਿਹੜੇ ਸਰਕਾਰੀ ਕਾਲਜ ਤੁਸੀਂ ਪੜ੍ਹੇ ਹੋ ਜਾਂ ਜਿਹੜੇ ਸਰਕਾਰੀ ਸਕੂਲ ਤੁਸੀਂ ਪੜ੍ਹੇ ਹੋ ਉਹਦੇ ਵਾਸਤੇ ਤੁਸੀਂ ਕੀਤਾ ਕੀ ਹੈ। ਜਦੋਂ ਇਹ ਸਵਾਲ ਉੱਠਦਾ ਹੈ ਤਾਂ ਉਹਦਾ ਅਸੀਂ ਪੂਰਾ ਇੱਕ 25 ਸਾਲਾਂ ਦਾ ਇਤਿਹਾਸ ਦੇਖ ਸਕਦੇ ਹਾਂ ਕਿ ਕਿਸੇ ਵੀ ਮੰਤਰੀ ਨੇ, ਕਿਸੇ ਸਰਕਾਰ ਨੇ, ਕਿਸੇ ਪਾਰਟੀ ਨੇ ਉਚੇਰੀ ਸਿੱਖਿਆ ਵਾਸਤੇ ਜਿਵੇਂ ਬਹੁਤ ਸਾਰੇ ਅੰਕੜੇ ਦਿੱਤੇ ਨੇ। ਯੂਨੀਵਰਸਿਟੀਆਂ ਖੰਡਰ ਬਣੀਆਂ ਨੇ, ਯੂਨੀਵਰਸਿਟੀਆਂ ਦੇ ਅੰਦਰ ਖੋਜ ਕਾਰਜ ਠੱਪ ਪਏ ਨੇ, ਕੰਸਟੀਟਿਊਂਟ ਕਾਲਜ ਬੰਦ ਪਏ ਨੇ, ਏਡਡ ਕਾਲਜਾਂ ਨਾਲ ਮਾੜੀ ਹਾਲਤ ਹੋਈ ਹੈ। ਤਾਂ ਇਹ ਸਾਰੇ ਕਿਤੇ ਜਿਹੜੀ ਹਾਲਤ ਬਣੀ ਹੋਈ ਹੈ ਇਹਨੂੰ ਗੱਲਾਂ ਨਾਲ ਤਾਂ ਠੀਕ ਨਹੀਂ ਕੀਤਾ ਜਾ ਸਕਦਾ। ਉਹ ਵੋਟਾਂ ਦੀ ਪੋਲਿਟਿਕਸ ਅੱਡ ਚੱਲਦੀ ਹੈ, ਪਰ ਅਸਲ ਦੇ ਵਿੱਚ ਜਿਹੜੀ ਹਾਲਤ ਹੈ ਉਹ ਜਾਣੀ ਕਿ ਅਸਲ ਹਾਲਤ ਨਾਲ ਜਿਹੜਾ ਕੰਸਰਨ ਹੈ ਉਹ ਕਿਸੇ ਦਾ ਨਹੀਂ ਹੈਗਾ। ਨਹੀਂ ਬਾਈ, ਇੱਕ ਆਮ ਜੀ ਗੱਲ ਆਪਣੇ ਪਰਿਵਾਰਾਂ 'ਚ ਚੱਲਦੀ, ਜਦੋਂ ਆਪਾਂ ਛੋਟੇ ਬੱਚੇ ਨੂੰ ਪੁੱਛਦੇ ਹਾਂ ਕਿ ਵੱਡਾ ਹੋ ਕੇ ਕੀ ਬਣੂਗਾ, ਉਹ ਕਹਿੰਦਾ ਹੁੰਦਾ ਸੀ ਬੜੇ ਸ਼ੌਂਕ ਨਾਲ ਮੈਂ ਟੀਚਰ ਬਣੂੰਗਾ। ਤੁਹਾਨੂੰ ਲੱਗਦਾ ਕਿ ਅੱਜ ਦੀ ਵਿਵਸਥਾ ਉਹੋ ਜਿਹੀ ਰਹਿ ਗਈ ਕਿ ਬੱਚੇ ਉਹ ਸੋਚਣ ਵੀ ਮੈਂ ਟੀਚਰ ਬਣੂ? ਬਿਲਕੁਲ ਨਹੀਂ ਰਹੀ ਉਹ ਅਵਸਥਾ, ਕਿਉਂਕਿ ਜਦੋਂ ਸਾਨੂੰ ਵੀ ਕੋਈ ਜਿਹੜੇ BA ਫਾਈਨਲ ਦੇ ਪਾਸ ਆਊਟ ਜਾਂ MA ਸੈਕੰਡ 'ਚੋਂ ਪਾਸ ਆਊਟ ਜਿਹੜੇ ਬੱਚੇ ਆ ਜਾਂ ਹੋ ਰਹੇ ਆ, ਉਹ ਪੁੱਛਦੇ ਆ ਕਿ ਅਸੀਂ ਅੱਗੇ ਕੀ ਕਰੀਏ। ਤਾਂ ਅਸੀਂ ਟੀਚਰ ਆ, ਅਸੀਂ ਉਹਨਾਂ ਨੂੰ ਦੱਸਗੇ ਅਸੀਂ ਉਹਨਾਂ ਨੂੰ, ਕਿਉਂਕਿ ਅਸੀਂ ਉਹਨਾਂ ਜਿਹੜੀ ਇੱਥੇ MA MPhil PhD NET B.Ed M.Ed ਜਾਂ ਹੋਰ ਵਡੇਰੀਆਂ ਡਿਗਰੀਆਂ, ਡਬਲ PhD ਮਤਲਬ PhD ਤੋਂ ਬਾਅਦ PhD ਕਰਕੇ ਵੀ ਬੰਦੇ ਬੈਠੇ ਹੈਗੇ। ਤਾਂ ਉਹ ਜਦੋਂ ਬੇਰੁਜ਼ਗਾਰ
ਆ ਗਏ ਜਾਂ ਬਹੁਤ ਥੋੜ੍ਹੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ, ਤਾਂ ਸਾਨੂੰ ਜਦੋਂ ਬੱਚੇ ਸਵਾਲ ਪੁੱਛਦੇ ਆ ਜਾਂ ਸਾਡੇ ਰਿਸ਼ਤੇਦਾਰ ਪੁੱਛਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਅੱਗੇ ਕੀ ਕਰਾਈਏ, ਤਾਂ ਸਾਡੇ ਕੋਲੇ ਕੋਈ ਵੀ ਜਵਾਬ ਨਹੀਂ ਹੁੰਦਾ ਕਿ ਅੱਗੇ ਕੀ ਕਰਾਈਏ। ਘੱਟੋ ਘੱਟ ਇਹ ਕਹਿ ਦਿੰਦੇ ਹੋ ਵੀ ਟੀਚਿੰਗ ਲਾਈਨ 'ਚ ਨਾ ਪਾਓ। ਨਹੀਂ ਮਤਲਬ ਕੱਲੀ ਟੀਚਿੰਗ ਹੀ ਨਹੀਂ, ਸਾਰੇ ਮੋਰਲ ਤਾਂ ਡਾਊਨ ਹੁੰਦਾ ਕਿਉਂਕਿ 26 ਸਾਲਾਂ ਤੋਂ ਭਰਤੀ ਨਹੀਂ ਹੋਈ ਬਤੌਰ ਟੀਚਰ। ਬਿਲਕੁਲ ਜੀ, ਮਤਲਬ ਕੱਲੇ ਟੀਚਰ ਹੀ ਨਹੀਂ, ਸਾਰੇ ਫੀਲਡ ਹੀ ਜਿਹੜੇ ਸਰਕਾਰੀ ਆ ਉਹ ਇਹਨਾਂ ਨੇ ਖਾਲੀ ਕਰ ਰੱਖਿਆ। ਸਰਕਾਰੀ ਮਹਿਕਮਿਆਂ ਨੂੰ ਇਹ ਤਬਾਹ ਕਰਨ ਲੱਗੀ ਹੋਈ ਆ ਸਰਕਾਰ। ਹੁਣ ਬਾਈ ਆਖਰੀ ਸਵਾਲ ਜਿਹੜਾ ਬਹੁਤ ਜ਼ਰੂਰੀ ਆ, ਆਪਾਂ ਅੰਕੜੇ ਵੀ ਦੇ ਦਿੱਤੇ, ਸਿੱਖਿਆ ਬਾਰੇ ਜੋ ਹਾਲਾਤ ਨੇ ਉਹ ਵੀ ਡਿਸਕਸ ਕਰ ਲਏ। ਰਾਹ ਕੀ ਬਚਦਾ ਹੈ ਪੰਜਾਬੀਆਂ ਕੋਲੇ ਜੇ ਪੰਜਾਬ ਦੇ ਸਰਕਾਰੀ ਕਾਲਜ ਅਸੀਂ ਚੰਗੇ ਵੇਖਣਾ ਚਾਹੁੰਦੇ ਆ? ਤੁਹਾਨੂੰ ਕੀ ਰਾਹ ਨਜ਼ਰ ਆਉਂਦਾ? ਰਾਹ ਇੱਕੋ ਇੱਕ ਰਾਹ, ਨਾ ਤਾਂ ਇਹਦਾ ਰਾਹ ਹਿੰਸਾ, ਨਾ ਨਸ਼ੇ ਆ, ਨਾ ਖੁਦਕੁਸ਼ੀ ਆ, ਨਾ ਬਾਹਰ ਜਾ ਕੇ ਇਹਦਾ ਹੱਲ ਆ। ਇਹਦਾ ਹੱਲ ਪੰਜਾਬ ਦੇ ਵਿੱਚ ਰਹਿ ਕੇ ਲੜਨਾ ਪਊਗਾ। ਅਸੀਂ ਕਹਿੰਦੇ ਆ ਕਿ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ। ਪਹਿਲਾਂ ਅਸੀਂ ਇਹ ਕਹਿੰਦੇ ਸੀ ਕਿ ਇੱਕ ਡਿਗਰੀ ਕਰਨੀ ਆ ਜਿਹੜੀ ਅਸੀਂ ਸਿਲੇਬਸਾਂ ਰਾਹੀਂ ਪੜ੍ਹ ਕੇ ਪੇਪਰਾਂ ਰਾਹੀਂ ਕਰਨੀ ਆ, ਤਾਂ ਦੂਸਰੀ ਸਾਡੀ ਡਿਗਰੀ ਜਿਹੜੀ ਸੜਕਾਂ ਹੋਣੀ ਚਾਹੀਦੀ ਆ, ਡਾਂਗਾਂ ਖਾ ਕੇ ਲੋਕਾਂ ਨੂੰ ਇਕੱਠੇ ਹੋ ਕੇ ਸਰਕਾਰਾਂ ਦੇ ਗਲ 'ਚ ਗੂਠਾ ਦੇਣਾ ਪਵੇਗਾ। ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਸਰਕਾਰਾਂ ਨੂੰ ਵੀ ਤੇ ਜਿਹੜੇ ਸਿੱਖਿਆ ਮੰਤਰੀ ਆ ਸਾਡੇ ਉਹਨਾਂ ਨੂੰ ਵੀ, ਤਾਂ ਪੰਜਾਬ ਦਾ ਜਿਹੜੇ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਜੀ ਆ ਜਾਂ ਵਿਜੇਂਦਰ ਸਿੰਗਲਾ ਜੀ ਆ, ਚੰਨੀ ਜੀ ਆ ਗਏ ਜਾਂ ਹੋਰ ਵੀ ਜਿਹੜੇ ਆ, ਮਤਲਬ ਇਹਨਾਂ ਨੂੰ ਇੱਕ ਗੱਲ ਸੋਚ ਲੈਣੀ ਚਾਹੀਦੀ ਆ, ਪਿਛਲਾ ਇਤਿਹਾਸ ਚੱਕ ਕੇ ਦੇਖ ਲੈਣਾ ਚਾਹੀਦਾ। ਪੰਜਾਬ ਦਾ ਸਿੱਖਿਆ ਮੰਤਰੀ ਅੱਜ ਤੱਕ ਕਦੇ ਵੀ ਦੁਬਾਰਾ ਚੋਣ ਨਹੀਂ ਜਿੱਤਦਾਗਾ, ਤਾਂ ਇਹਦਾ ਕਾਰਨ ਇਹੀ ਹੈਗਾ ਕਿ ਜਿਹੜਾ ਉਹਨਾਂ ਨੇ ਸਿੱਖਿਆ ਦਾ ਹਾਲ ਬੁਰਾ ਕੀਤਾ, ਲੋਕ ਉਹਨਾਂ ਨੂੰ ਵੋਟਾਂ 'ਚ ਕਰ ਦਿੰਦੇ ਆ, ਪਰ ਅਗਲਾਂ ਵਾਲਾ ਵੀ ਉਹੋ ਜਿਹਾ ਹੀ ਆ ਜਾਂਦਾ। ਤਾਂ ਉਹਦਾ ਹੱਲ ਇਹ ਆ ਕਿ ਇਕੱਠੇ ਹੋ ਕੇ ਸੰਘਰਸ਼ ਕਰੋ, ਸੜਕਾਂ ਤੇ ਆਓ। ਐਤਕੀ ਵੈਸੇ ਬਾਈ ਜੀ ਚੋਣਾਂ ਬਹੁਤ ਦਿਲਚਸਪ ਹੋਣ ਵਾਲੀਆਂ, ਜਿੱਥੇ ਲੀਡਰਾਂ ਨੂੰ ਕਿਸਾਨ ਘੇਰ ਘੇਰ ਕੇ ਸਵਾਲ ਪੁੱਛਣਗੇ, ਜਿੱਥੇ ਬੇਰੁਜ਼ਗਾਰ ਘੇਰ ਘੇਰ ਕੇ ਸਵਾਲ ਪੁੱਛਣਗੇ, ਉੱਥੇ ਅਧਿਆਪਕਾਂ ਨੇ ਵੀ ਜਿਹੜਾ ਕਮਰ ਕੱਸਾ ਕਰ ਲਿਆ। ਬਿਲਕੁਲ ਜੀ, ਅਸੀਂ ਜੋ ਸਾਡਾ ਪ੍ਰੋਗਰਾਮ ਹੈ ਉਹਦੇ ਵਿੱਚ ਜੋ ਹੁਣੇ ਹੀ ਹੋ ਰਿਹਾ ਹੈ, ਰੁਜ਼ਗਾਰ ਮੇਲਿਆਂ ਦਾ ਇੱਕ ਡਰਾਮਾ ਪਖੰਡ ਕੀਤਾ ਜਾ ਰਿਹਾ ਹੈ, ਢੌਂਗ ਰਚਿਆ ਜਾ ਰਿਹਾ ਕਿ ਅਸੀਂ ਰੁਜ਼ਗਾਰ ਵੰਡ ਰਹੇ ਹਾਂ, ਉਹਦੇ ਅੰਕੜੇ ਗਿਣਾਏ ਜਾ ਰਹੇ ਹੈ। ਤਾਂ ਸਾਡਾ ਇਹ ਪ੍ਰੋਗਰਾਮ ਹੈ ਕਿ ਅਸੀਂ ਇਹਨਾਂ ਰੁਜ਼ਗਾਰ ਮੇਲਿਆਂ 'ਚ ਜਾ ਕੇ ਆਪਦੇ ਗਲਾਂ 'ਚ ਆਪਦੀਆਂ ਯੋਗਤਾ ਦੀਆਂ ਤਖਤੀਆਂ ਪਾ ਕੇ ਵੀ ਮੈਂ ਭਾਈ PhD ਕੀਤੀ ਹੋਈ ਹੈ, ਮੈਂ ਨੈੱਟ ਪਾਸ ਹਾਂ, ਮੈਂ MPhil ਵੀ ਕੀਤੀ ਹੋਈ ਹੈ, ਦੱਸੋ ਤੁਸੀਂ ਮੈਨੂੰ ਕਿੰਨੇ ਦੀ ਨੌਕਰੀ ਦਿੰਦੇ ਹੋ, ਕਿਹੋ ਜਿਹੀ ਨੌਕਰੀ ਦਿੰਦੇ ਹੋ। ਅਸੀਂ ਇਹ ਰੁਜ਼ਗਾਰ ਮੇਲਿਆਂ ਦਾ ਜਿਹੜਾ ਢੌਂਗ ਹੈ ਇਹਨੂੰ ਨੰਗਾ ਕਰਨ ਵਾਸਤੇ ਜਾਵਾਂਗੇ। 17 ਤਰੀਕ ਨੂੰ ਪਟਿਆਲੇ ਦੇ ਵਿੱਚ ਕਰਾਂਗੇ, ਉਸ ਤੋਂ ਪਹਿਲਾਂ ਚੰਡੀਗੜ੍ਹ ਦੇ ਨੇੜੇ ਜਾਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਰੁਜ਼ਗਾਰ ਮੇਲੇ ਲੱਗ ਰਹੇ ਹੈ ਉੱਥੇ ਅਸੀਂ ਜਾ ਕੇ ਢੌਂਗ ਨੰਗਾ ਕਰਾਂਗੇ। ਤੇ ਕੱਲ੍ਹ ਨੂੰ ਜਦੋਂ ਇਹ ਲੀਡਰ ਪਿੰਡਾਂ 'ਚ ਸਾਡੇ ਕੋਲੇ ਆਉਣਗੇ, ਅਸੀਂ ਆਪਦੇ ਮਾਪਿਆਂ ਨੂੰ ਵੀ ਨਾਲ ਲਵਾਂਗੇ, ਵਿਦਿਆਰਥੀ ਜਥੇਬੰਦੀਆਂ ਸਾਡੇ ਨਾਲ ਨੇ, ਸਾਰਿਆਂ ਨੂੰ ਨਾਲ ਲੈ ਕੇ ਅਸੀਂ ਪੁੱਛਾਂਗੇ ਕਿ ਤੁਸੀਂ ਪੰਜਾਬ ਦੀ ਉਚੇਰੀ ਸਿੱਖਿਆ ਵਾਸਤੇ ਕੀਤਾ ਕੀ ਹੈ। ਬਹੁਤ ਬਹੁਤ ਧੰਨਵਾਦ ਬਾਈ ਜੀ, ਤੁਸੀਂ ਗੱਲਬਾਤ ਕੀਤੀ। ਸੋ ਇਹ ਨੁਮਾਇੰਦੇ ਨੇ ਸਰਕਾਰੀ ਕਾਲਜ ਬਚਾਓ ਜਿਹੜਾ ਇੱਕ ਮੋਰਚਾ ਬਣਿਆ, ਮੰਚ ਬਣਿਆ ਹੈ, ਸਿੱਧੇ ਸਵਾਲ ਹੋ ਰਹੇ ਨੇ। ਅੰਕੜੇ ਤੁਸੀਂ ਵੀ ਸੁਣ ਲਏ, ਤੁਸੀਂ ਵੀ ਆਪਣੇ ਜ਼ਿਹਨ 'ਚ ਬਿਠਾ ਲਿਓ ਕਿਉਂਕਿ ਵੋਟਾਂ ਨਜ਼ਦੀਕ ਨੇ, ਲੀਡਰਾਂ ਨੇ ਆਉਣਾ। ਸਵਾਲ ਕਰਿਓ ਕਿ ਭਾਈ ਸਾਡੀ ਸਿੱਖਿਆ ਲਈ ਕੀਤਾ ਕੀ। ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।